ਖਬਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਦਰਸ਼ਕੋ, ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਸਿਆਸੀ ਹਾਲਾਤਾਂ ਦੇ ਉੱਤੇ। ਪੰਜਾਬ ਦੇ ਜੋ ਸਿਆਸੀ ਹਾਲਾਤ ਬਣੇ ਹੋਏ ਨੇ, ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਕਾਂਗਰਸ ਪਾਰਟੀ ਦੀ ਜੋ ਖਾਨਾ ਜੰਗੀ ਹੈ, ਉਹ ਖਾਨਾ ਜੰਗੀ ਆਪਣੇ ਸਿਖਰ ਉੱਤੇ ਹੈ। ਬੇਸ਼ੱਕ ਦਿੱਲੀ ਹਾਈ ਕਮਾਂਡ ਵੱਲੋਂ 3 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ। ਹਰੀਸ਼ ਰਾਵਤ ਹੋਰੀ ਉਸ ਕਮੇਟੀ ਦੇ ਵਿੱਚ ਸ਼ਾਮਲ ਸੀ, ਮਲਿਕ ਹੋਰੀ ਉਸ ਕਮੇਟੀ ਦੇ ਵਿੱਚ ਸ਼ਾਮਲ ਸੀ। ਪਹਿਲਾਂ ਵਿਧਾਇਕਾਂ ਨਾਲ ਮੀਟਿੰਗ ਹੁੰਦੀ ਹੈ, ਫਿਰ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਉਸ ਮੀਟਿੰਗ ਦੇ ਵਿੱਚ ਪੇਸ਼ ਹੁੰਦੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੇਸ਼ੀ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ। ਤੇ ਮੀਟਿੰਗ ਦੇ ਵਿੱਚ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇੱਕ ਸਿਆਸੀ ਪੱਤਾ ਪੰਜਾਬ ਦੇ ਵਿੱਚ ਖੇਡਦੇ ਨੇ। ਬਾਗੀ ਨੇਤਾ ਕਹੇ ਜਾਣ ਵਾਲੇ ਯਾਨੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦੇ ਨੇ। ਸੁਖਪਾਲ ਸਿੰਘ ਖਹਿਰਾ ਆਪਣੇ ਨਾਲ 2 ਹੋਰ MLA ਲੈ ਕੇ ਸ਼ਾਮਲ ਹੁੰਦੇ ਨੇ, ਜੋ ਪਿਛਲੇ ਦਿਨੀ ਇੱਕ ਬੜੀ ਵੱਡੀ ਖਬਰ ਬਣਦੀ ਹੈ। ਤੇ ਇਹਨਾਂ ਸਿਆਸੀ ਹਾਲਾਤਾਂ ਦੇ ਵਿੱਚ ਜਦੋਂ ਹਾਈ ਕਮਾਂਡ ਅੱਗੇ ਸਾਰੀ ਕਾਂਗਰਸ ਪੇਸ਼ ਹੋ ਰਹੀ ਹੈ, ਕਾਂਗਰਸ ਦਾ ਪੰਜਾਬ ਦੇ ਵਿੱਚ ਭਵਿੱਖ ਕੀ ਹੋਊਗਾ ਤੇ ਉਸ ਕਮੇਟੀ ਦੇ ਅੱਗੇ ਪੇਸ਼ ਹੋਣ ਕਰਕੇ ਕੀ ਕੋਈ ਫੇਰ ਬਦਲ ਕੀਤੀ ਜਾ ਸਕਦੀ ਹੈ ਕਾਂਗਰਸ ਦੀ ਕੈਬਨਿਟ ਦੇ ਵਿੱਚ, ਕਾਂਗਰਸ ਦੀ ਵੱਡੀ ਕੁਰਸੀ ਦੇ ਵਿੱਚ ਕੀ ਕੋਈ ਰੱਦੋ ਬਦਲ ਵੀ ਕੀਤੀ ਜਾ ਸਕਦੀ ਹੈ। ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ। ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡਾ ਅਹੁਦਾ ਨਹੀਂ ਦਿੱਤਾ ਜਾਊਗਾ ਤਾਂ ਨਵਜੋਤ ਸਿੰਘ ਸਿੱਧੂ ਕਿਹੜੇ ਪਾਸੇ ਵੱਲ ਜਾਣਗੇ। ਕਾਂਗਰਸ ਤੇ ਹੋਰ ਸਿਆਸੀ ਖਬਰਾਂ ਤੇ ਤਮਾਮ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉੱਘੇ ਪ੍ਰੋਫੈਸਰ ਭੀਮਿੰਦਰ ਜੀ ਨੇ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ ਜੀ, ਤੁਹਾਡਾ ਸਵਾਗਤ ਹੈ ਖਬਰਾਂ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸੁਖਜਿੰਦਰ ਜੀ। ਪ੍ਰੋਫੈਸਰ ਸਾਹਿਬ, ਜੋ ਹਾਲਾਤ ਬਣ ਗਏ ਕਾਂਗਰਸ ਦੇ ਜਦੋਂ 2017 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਸੀ, ਤਾਂ ਕਾਂਗਰਸ ਬੜੀ ਵੱਡੀ ਮੈਜੋਰਟੀ ਨਾਲ ਆਈ ਸੀ ਤੇ ਹੁਣ 4.5 ਸਾਲ ਦਾ ਸਮਾਂ ਹੋ ਗਿਆ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਸੱਤਾ ਭੋਗਦਿਆਂ ਨੂੰ, ਰਾਜ ਕਰਦੇ ਨੇ। ਪਰ ਇੱਕਦਮ ਜਦੋਂ SIT ਰੱਦ ਕਰ ਦਿੱਤੀ ਜਾਂਦੀ ਹੈ ਹਾਈ ਕੋਰਟ ਵੱਲੋਂ, ਕਾਂਗਰਸ ਆਪਣੀ ਹੀ ਖਾਨਾ ਜੰਗੀ ਦਾ ਸ਼ਿਕਾਰ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਕਮੇਟੀ ਬਣਦੀ ਹੈ, ਦਿੱਲੀ ਹਾਈ ਕਮਾਂਡ ਵੱਲੋਂ 3 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਤੇ ਕਾਂਗਰਸ ਦੇ ਉਹ ਵਿਧਾਇਕਾਂ ਨਾਲ ਮੀਟਿੰਗ ਕਰਦੇ ਨੇ, ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕਰਦੇ ਨੇ, ਪੰਜਾਬ ਦੇ ਮੁੱਖ ਮੰਤਰੀ ਦੀ ਪੇਸ਼ੀ ਹੁੰਦੀ ਹੈ ਉੱਥੇ। ਤੇ ਉਸ ਤੋਂ ਬਾਅਦ ਦੇ ਜੋ ਹਾਲਾਤ ਨੇ ਤੇ ਉਸ ਮੀਟਿੰਗ ਦੇ ਵਿੱਚ ਜੋ ਚਰਚਾਵਾਂ ਹੋਈਆਂ, ਜੋ ਗੱਲਾਂ ਹੋਈਆਂ, ਉਸ ਦੇ ਆਧਾਰ ਤੇ ਤੁਸੀਂ ਕਾਂਗਰਸ ਪਾਰਟੀ ਦਾ ਆਪਣੇ ਤਜਰਬੇ ਅਨੁਸਾਰ ਭਵਿੱਖ ਕੀ ਦੇਖਦੇ ਹੋ? ਭੰਗੂ ਸਾਹਿਬ, ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਬਹੁਤ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਵੋਟਾਂ ਪਈਆਂ ਔਰ ਬਹੁਤ ਲਗਭਗ 80 ਜਿਹੜੇ ਸੀ ਉਹਨਾਂ ਦੇ ਕੈਂਡੀਡੇਟ ਕਾਂਗਰਸ ਦੇ 17 ਦੇ ਵਿੱਚ ਜਿੱਤੇ। ਇਹ ਜਿਹੜੀ ਇਹ ਅਸਲੀ ਜੜ ਇੱਥੇ ਪਈ ਹੈ ਕਾਂਗਰਸ ਦੀ ਜਿਹੜੀ ਸਮੱਸਿਆ ਦੀ। ਤੁਸੀਂ ਦੇਖੋਗੇ ਕਿ ਪਹਿਲੀ ਵਾਰੀ ਹੋਇਆ ਪੰਜਾਬ ਦੇ ਕਾਂਗਰਸ ਦੇ ਇਤਿਹਾਸ ਦੇ ਵਿੱਚ ਕਿ ਪਹਿਲੀ ਵਾਰੀ 80 ਕੈਂਡੀਡੇਟ ਜਿਹੜੇ ਸੀਗੇ, 80 MLA ਜਿੱਤ ਕੇ ਸਾਹਮਣੇ ਆਉਂਦੇ ਨੇ 17 ਦੇ ਵਿੱਚ, ਔਰ ਵੱਡੀ ਮੈਜੋਰਟੀ ਦੇ ਵਿੱਚ ਸਰਕਾਰ ਜਿਹੜੀ ਹੈਗੀ ਬਣਦੀ ਹੈ। ਔਰ ਇਹਦਾ ਫਾਇਦਾ ਵੀ ਹੋਇਆ ਕਾਂਗਰਸ ਨੂੰ, ਇਹਦਾ ਬਹੁਤ ਵੱਡਾ ਨੁਕਸਾਨ ਵੀ ਹੋਇਆ। ਫਾਇਦਾ ਇਸ ਲਈ ਹੋਇਆ ਕਿਉਂਕਿ ਵਿਰੋਧੀ ਧਿਰ ਜਿਹੜੀ ਸੀਗੀਆਂ ਕਮਜ਼ੋਰ ਹੋ ਗਈਆਂ ਔਰ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜਿਹੜਾ ਅਕਾਲੀ ਦਲ ਸੀਗਾ ਉਹ ਕਿਸੇ ਵੇਲੇ ਜਿਹੜੇ ਸੱਤਾ ਭੋਗ ਰਿਹਾ ਸੀ 10 ਸਾਲ ਉਹਨਾਂ ਨੇ ਭੋਗੀ ਔਰ ਉਸ ਤੋਂ ਬਾਅਦ ਉਹ ਤੀਜੇ ਨੰਬਰ ਤੇ ਚਲਾ ਗਿਆ। ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਮੁਕਾਬਲਤਨ ਆਪਾਂ ਕਹਿੰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕਿਸੇ ਵੇਲੇ ਇਹ ਸੋਚਿਆ ਜਾਂਦਾ ਸੀ ਕਿ ਸ਼ਾਇਦ 100 ਸੀਟਾਂ ਲੈ ਕੇ ਜਾਊਗੀ, ਪਰ ਉਹ ਵੀ 20 ਸੀਟਾਂ ਦੇ ਉੱਤੇ ਸਿਮਟ ਗਈ ਉਸ ਵੇਲੇ। ਸੋ ਉਹਦਾ ਨਤੀਜਾ ਕੀ ਹੋ ਗਿਆ ਕਿ ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਬਣੇ 17 ਦੇ ਵਿੱਚ ਦੁਬਾਰਾ, ਤਾਂ ਉਹਨਾਂ ਨੂੰ ਇਹ ਲੱਗਿਆ ਕਿ ਹੁਣ ਲੋਕ ਜਿਹੜੇ ਨੇ ਉਹਨਾਂ ਨੂੰ ਧੜਾ-ਧੜ ਵੋਟਾਂ ਪਾ ਰਹੇ ਨੇ ਔਰ ਲਗਾਤਾਰ ਉਹਨਾਂ ਦੇ MLA ਜਿੱਤ ਰਹੇ ਨੇ, ਸੀਟਾਂ ਤੇ ਸੀਟਾਂ ਉਹਨਾਂ ਨੂੰ ਆ ਰਹੀਆਂ ਨੇ, ਤਾਂ ਉਹਨਾਂ ਦਾ ਧਿਆਨ ਜਿਹੜਾ ਹੈਗਾ ਵਿਰੋਧੀ ਧਿਰਾਂ ਦੀ ਬਜਾਏ ਜਿਹੜਾ ਸੀਗਾ ਹੋਰ ਕੰਮਾਂ ਦੇ ਵਿੱਚ ਪੈ ਗਿਆ। ਯਾਨੀ ਕਿ ਉਹਨਾਂ ਦੇ ਮਤਲਬ ਮੇਰਾ ਕਹਿਣ ਦਾ ਹੈ ਕਿ ਜਿਹੜੇ ਮੁੱਦੇ, ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀਗੇ, ਉਹਦਾ ਪ੍ਰੈਸ਼ਰ ਨਾ ਪੈਣ ਕਰਕੇ, ਜ਼ਿਆਦਾ ਵੱਡਾ ਪ੍ਰੈਸ਼ਰ ਨਾ ਹੋਣ ਕਰਕੇ ਵਿਰੋਧੀ ਧਿਰਾਂ ਦਾ, ਉਹਨਾਂ ਨੇ ਆਪਣੇ ਜਿਹੜੇ 4.5 ਸਾਲ ਗੁਜ਼ਾਰੇ ਨੇ ਕੈਪਟਨ ਸਾਹਿਬ ਨੇ ਇੱਕ ਮੁੱਖ ਮੰਤਰੀ ਦੇ ਤੌਰ ਤੇ, ਉਹ ਨਹੀਂ ਰਹੀ ਉਹਨਾਂ ਦੀ ਇਹ ਪਾਰੀ ਜਿਹੜੀ 2002 ਔਰ 7 ਵਾਲੀ ਪਾਰੀ ਸੀ, ਕਿਉਂਕਿ ਉਸ ਵੇਲੇ ਸੀਟਾਂ ਘੱਟ ਸੀਗੀਆਂ, ਵਿਰੋਧੀ ਧਿਰਾਂ ਵੀ ਹੈਗੀਆਂ ਸੀ ਪੈਰਲਲ ਔਰ ਉਹ ਸਮੇਂ ਤੇ ਮੁੱਦੇ ਵੀ ਚੁੱਕਦੇ ਸੀਗੇ। ਉਹਦਾ ਕਿਤੇ ਨਾ ਕਿਤੇ ਜਾ ਕੇ ਪ੍ਰੈਸ਼ਰ ਬਣਿਆ ਹੋਇਆ ਸੀਗਾ ਔਰ ਉਸ ਪ੍ਰੈਸ਼ਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ, ਉਸ ਵੇਲੇ ਤੁਹਾਨੂੰ ਵੀ ਯਾਦ ਹੋਏਗਾ ਕਿ 2002 ਔਰ 7 ਵਾਲੀ ਜਿਹੜੀ ਪਾਰੀ ਖੇਡੀ ਕੈਪਟਨ ਸਾਹਿਬ ਨੇ, ਉਹ ਇਸ ਪਾਰੀ ਨਾਲੋਂ ਕਿਤੇ ਵਧੀਆ ਜਿਹੜੀ ਹੈਗੀ ਹੈ ਮੰਨੀ ਗਈ ਔਰ ਅੱਜ ਵੀ ਉਸ ਪਾਰੀ ਨੂੰ ਲੋਕ ਯਾਦ ਕਰਦੇ ਨੇ। ਸੋ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਵੋਟਾਂ ਪੈ ਰਹੀਆਂ ਨੇ, 80 ਤੋਂ ਸੀਟਾਂ ਸਾਡੀਆਂ ਜਿਹੜੀਆਂ ਨੇ ਜ਼ਿਆਦਾ ਆ ਗਈਆਂ, ਤਾਂ ਕੈਪਟਨ ਸਾਹਿਬ ਨੇ ਕੰਮ ਕਰਨਾ ਬੰਦ ਕੀਤਾ। ਔਰ ਵੱਡੀ ਗੱਲ ਇਹ ਹੋਈ
ਭੰਗੂ ਸਾਹਿਬ ਕਿ 4.5 ਸਾਲਾਂ ਦੇ ਵਿੱਚ 4 ਵਾਰੀ ਵੀ ਕੈਪਟਨ ਸਾਹਿਬ ਗੇੜਾ ਮਾਰਨ ਪੰਜਾਬ 'ਚ ਨਹੀਂ ਵੜੇ। ਸੋ ਉਹਦਾ ਨਤੀਜਾ ਕੀ ਹੋ ਗਿਆ ਕਿ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਵਧਣੀ ਸ਼ੁਰੂ ਹੋ ਗਈ, ਔਰ ਖਾਸ ਤੌਰ ਤੇ ਜਿਹੜੇ ਇਹਨਾਂ ਦੇ ਆਪਣੇ MLA, ਆਪਣੇ ਮਿਨਿਸਟਰ ਸਾਹਿਬਾਨ ਜਿਨ੍ਹਾਂ ਨੂੰ ਉਹ ਕਦੇ ਮਿਲਦੇ ਨਹੀਂ ਸੀਗੇ, ਠੀਕ ਹੈ ਨਾ, ਉਹਦੇ ਨਤੀਜਾ ਇਹ ਹੋ ਗਿਆ ਕਿ ਉਹਨਾਂ ਦੇ ਵਿੱਚ ਇੱਕ ਜਿਹੜਾ ਸੀਗਾ ਰੋਸ ਦਾ ਜਿਹੜਾ ਸੀਗਾ ਕੈਪਟਨ ਦੇ ਪ੍ਰਤੀ, ਔਰ ਖਾਸ ਤੌਰ ਤੇ ਕਾਂਗਰਸ ਦੇ ਵਿੱਚ ਜਿਹੜਾ ਸੀਗਾ ਅਲੱਗ-ਅਲੱਗ ਗਰੁੱਪਾਂ ਦੀ ਜਿਹੜੀ ਹੈਗੀ ਹੈ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈਗਾ ਵਿਰੋਧ ਦੀ ਚਿਣਗ ਜਿਹੜੀ ਸੀਗੀ ਉਹ ਮਗਣੀ ਸ਼ੁਰੂ ਹੋਈ। ਤਾਂ ਉਹਦੇ ਨਾਲ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਧੜਾ ਸ਼ੁਰੂ ਹੋ ਗਿਆ, ਦੁੱਲੋ ਉਹਨਾਂ ਦੇ ਨਾਲ ਦੁੱਲੋ ਸਾਹਿਬ ਰਲ ਗਏ, ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਧੜਾ, ਔਰ ਹੌਲੀ-ਹੌਲੀ ਇਹ ਧੜੇਬੰਦੀ ਵੱਧਦੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਇਹ ਇੰਨਾ ਇਹਦੇ 'ਚ ਸਮੱਸਿਆ ਆ ਗਈ ਕਿ ਹਾਈ ਕਮਾਂਡ ਨੂੰ 3 ਮੈਂਬਰੀ ਕਮੇਟੀ ਬਣਾਉਣੀ ਪਈ, ਔਰ 3 ਮੈਂਬਰੀ ਕਮੇਟੀ ਤੱਕ ਵੀ ਜਿਹੜੀ ਹੈਗੀ ਹੈ ਗੱਲ ਨਹੀਂ ਰੋਕੀ ਆ ਕੇ, ਸਗੋਂ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਜੀ ਨੂੰ ਵਿੱਚ ਇੰਟਰਵੀਨ ਕਰਨਾ ਪਿਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਧੜੇਬੰਦੀ ਇੰਨੀ ਜ਼ਿਆਦਾ ਹੈ ਕਿ ਇਹਦੇ ਨਾਲ 3 ਮੈਂਬਰੀ ਕਮੇਟੀ ਨਾਲ ਗੱਲ ਨਹੀਂ ਬਣੇਗੀ, ਉਹਨਾਂ ਨੂੰ ਵਿੱਚ ਆਉਣਾ ਪਏਗਾ। ਸੋ ਇਸ ਕਰਕੇ ਇਹ ਜਿਹੜਾ ਹੈਗਾ ਬਹੁਤ ਲੰਬਾ ਸਮਾਂ ਲਗਭਗ 5 ਦਿਨ ਉਹਦਾ ਮੰਥਨ ਹੁੰਦਾ ਰਿਹਾ, ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀਆਂ ਹੁੰਦੀਆਂ ਰਹੀਆਂ। ਸੋ ਨਤੀਜਾ ਇਹ ਹੋ ਗਿਆ ਕਿ ਅੱਜ ਇਹ ਹਾਲਤ ਪੈਦਾ ਹੋ ਗਈ ਭੰਗੂ ਸਾਹਿਬ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਇੱਦਾਂ ਦਾ ਜਿਹੜਾ ਵਿਰੋਧ ਹੈ ਇਹ ਪਹਿਲਾਂ ਪੂਰੇ ਇਤਿਹਾਸ ਦੇ ਵਿੱਚ ਕਾਂਗਰਸ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਸੀ ਆਇਆ ਜਿੰਨਾ ਹੁਣ ਜਿਹੜਾ ਹੈਗਾ ਸਾਨੂੰ ਦਿਖਾਈ ਦੇ ਰਿਹਾ। ਸੋ ਹੁਣ ਕੀ ਹੋ ਰਿਹਾ ਕਿ ਇਸ ਵੇਲੇ ਪੰਜਾਬ ਦੀ ਕਾਂਗਰਸ ਵੱਖ-ਵੱਖ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ, ਔਰ ਉਹਦੇ ਵਿੱਚ 5 ਵੱਡੇ ਧੜੇ ਨਜ਼ਰ ਆ ਰਹੇ ਨੇ ਭੰਗੂ ਸਾਹਿਬ। ਪਹਿਲਾ ਕੈਪਟਨ ਸਾਹਿਬ ਦਾ ਵੱਡਾ ਧੜਾ ਹੈ ਜਿਹਦੇ ਵਿੱਚ ਕੈਪਟਨ ਸਾਹਿਬ ਦੀ ਕੋਟਰੀ ਜਿਹੜੀ ਹੈਗੀ ਆ ਉਹ ਮੰਨੀ ਜਾਂਦੀ ਹੈ। ਦੂਜਾ ਵੱਡਾ ਧੜਾ ਹੈਗਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ, ਜਿਹਦੇ ਨਾਲ ਦੁੱਲੋ ਸਾਹਿਬ ਵੀ ਜਿਹੜੇ ਨੇ ਉਹ ਨਾਲ ਲੱਗੇ ਹੋਏ ਨੇ। ਤੀਜਾ ਧੜਾ ਹੈਗਾ ਨਵਜੋਤ ਸਿੰਘ ਸਿੱਧੂ ਦਾ, ਪ੍ਰਗਟ ਸਿੰਘ ਹੋਰਾਂ ਦਾ, ਜਿਹੜੇ ਕਿ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਆਪਣੇ ਟਵੀਟਾਂ ਦੇ ਰਾਹੀਂ ਜਾਂ ਹੋਰ ਪ੍ਰੈਸ ਕਾਨਫਰੰਸਾਂ ਦੇ ਰਾਹੀਂ ਕੈਪਟਨ ਸਾਹਿਬ ਦੇ ਖਿਲਾਫ ਜਿਹੜੇ ਨੇ ਭੁਗਤ ਰਹੇ ਨੇ। ਚੌਥਾ ਧੜਾ ਹੈਗਾ ਚੰਨੀ ਸਾਹਿਬ ਦਾ, ਖਾਸ ਤੌਰ ਤੇ ਜੇ ਆਪਾਂ ਦਲਿਤ MLA ਜਿਹੜੇ ਨੇ ਜਿੱਤ ਕੇ ਸਾਹਮਣੇ ਆਏ ਨੇ ਕਾਂਗਰਸ ਦੇ, ਉਹ ਵੱਖਰਾ ਧੜਾ ਜਿਹੜਾ ਹੈਗਾ। ਇਸ ਤੋਂ ਇਲਾਵਾ ਇੱਕ ਧੜਾ ਐਸਾ ਵੀ ਹੈ ਜਿਹੜਾ ਕਿ ਨਾ ਉੱਧਰ ਦੀ ਹੈ ਨਾ ਉੱਧਰ, ਉਹ ਦੇਖ ਰਿਹਾ ਕਿ ਜਿਨ੍ਹਾਂ ਚੋਂ ਜਿਹੜਾ ਵੀ ਧੜਾ ਅੱਗੇ ਆਏਗਾ ਉਹਦੇ ਨਾਲ ਉਹ ਲੱਗ ਜਾਣਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਵੱਖ-ਵੱਖ ਧੜੇ ਨੇ ਇਹ ਲਗਾਤਾਰ ਕੈਪਟਨ ਸਾਹਿਬ ਦੇ ਉੱਤੇ ਸਵਾਲ ਤੇ ਸਵਾਲ ਉਠਾ ਰਹੇ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਨੇ ਹੋਰ ਜਿਹੜਾ ਇਹਦੇ ਵਿੱਚੋਂ ਸੰਭਾਵਨਾਵਾਂ ਨੇ ਕਿ ਜ਼ਿਆਦਾ ਇਹ ਵਿਰੋਧ ਜ਼ਿਆਦਾ ਪਾੜ ਜਿਹੜਾ ਹੈਗਾ ਵਧੇਗਾ। ਔਰ ਜਿਵੇਂ ਤੁਸੀਂ ਕਿਹਾ ਕਿ ਖਹਿਰਾ ਸਾਹਿਬ ਨੂੰ ਉਹਨਾਂ ਨੇ ਰਲਾ ਕੇ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਨੇ ਆਪਣੇ ਵੱਲੋਂ ਤਾਂ ਇੱਕ ਚਾਲ ਚੱਲੀ ਸੀਗੇ ਕਿ ਖਹਿਰਾ ਸਾਹਿਬ ਜਦੋਂ ਆਉਣਗੇ ਤਾਂ ਇਹਦੇ ਨਾਲ ਸ਼ਾਇਦ ਮੇਰਾ ਜਿਹੜਾ ਹੈਗਾ ਕੱਦ ਹੋਰ ਵੱਧ ਜਾਏਗਾ ਕਾਂਗਰਸ ਦੇ ਵਿੱਚ, ਪਰ ਹੋਇਆ ਉਲਟ। ਹੋਇਆ ਕੀ ਕਿ ਇਸ ਵੇਲੇ ਜੇ ਇਹ 3 ਬੰਦਿਆਂ ਨੂੰ ਉਹਨਾਂ ਨੇ ਰਲਾ ਲਿਆ ਤਾਂ 30 ਬੰਦੇ ਕਾਂਗਰਸ ਦੇ ਨਾਰਾਜ਼ ਹੋ ਗਏ। ਈਵਨ ਉਹਨਾਂ ਦੇ ਭਲੱਥ ਜਿਹੜੇ ਇਲਾਕੇ ਦੇ ਵਿੱਚੋਂ ਵੀ ਉੱਥੋਂ ਦਾ ਜਿਹੜਾ ਤੁਸੀਂ ਦੇਖੋਗੇ ਕਿ ਭਲੱਥ ਦਾ ਜਿਹੜਾ ਹਲਕਾ ਇੰਚਾਰਜ ਹੈ ਕਾਂਗਰਸ ਦਾ, ਉਹ ਵੀ ਬੋਲ ਰਿਹਾ ਹੈ। ਇਸੇ ਤਰ੍ਹਾਂ ਰਾਣਾ ਗੁਰਜੀਤ ਹੋਰੀ ਜਿਹੜੇ ਨੇ ਉਸ ਇਲਾਕੇ ਦੇ ਦੁਆਬੇ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਦਾ ਵੱਡੀ ਪਕੜ ਹੈ ਇਸ ਵੇਲੇ ਕਾਂਗਰਸ ਦੇ ਵਿੱਚ, ਉਹ ਵੀ ਜਿਹੜੇ ਨੇ ਨਾਰਾਜ਼ ਦਿਖਾਈ ਦਿੰਦੇ ਨੇ। ਸੋ ਕਿਤੇ ਨਾ ਕਿਤੇ ਜਾ ਕੇ ਤੁਸੀਂ ਦੇਖੋਗੇ ਕਿ 3 ਬੰਦਿਆਂ ਦੇ ਰਲਾਉਣ ਦੇ ਨਾਲ ਜਿੱਥੇ ਇੱਕ ਪਾਸੇ ਇਹਨਾਂ ਤਿੰਨਾਂ ਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ, ਉਸ ਤੋਂ ਇਲਾਵਾ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਦੀ ਇਹ ਜਿਹੜੀ ਚਾਲ ਹੈ ਇਹਨਾਂ ਨੂੰ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਵਿੱਚ ਹੀ ਜਿਹੜੀ ਖਾਨਾ ਜੰਗੀ ਹੈ ਇਹ ਲਗਾਤਾਰ ਹੋਰ ਵੱਧ ਗਈ। ਜੀ ਭੰਗੂ ਸਾਹਿਬ ਜੀ, ਪ੍ਰੋਫੈਸਰ ਸਾਹਿਬ, ਜਿਹੜੀ ਕਾਂਗਰਸ ਦੀ ਹੁਣ ਗੇਮ ਹੈ ਉਹ ਦਿੱਲੀ ਹਾਈ ਕਮਾਂਡ ਕੋਲ ਹੈ ਜੀ, ਤੇ ਜਦੋਂ ਖਬਰਾਂ ਪੜ੍ਹਦੇ ਆ ਤੇ ਇਸ ਸਿਆਸੀ ਸਿਨੈਰੀਓ ਨੂੰ ਦੇਖਦੇ ਆ ਜੋ ਕਾਂਗਰਸ ਦਾ ਬਣਿਆ ਹੋਇਆ, ਐਂ ਲੱਗਦਾ ਕਿ ਵੀ ਹਾਈ ਕਮਾਂਡ 'ਚ ਵੀ 2 ਧੜੇ ਨੇ ਜੀ। ਇੱਕ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਕਰਦੇ ਨੇ ਸੋਨੀਆ ਗਾਂਧੀ, ਉਹਨਾਂ ਦੇ ਰਿਲੇਸ਼ਨ ਬੜੇ ਸੁਖਾਵੇਂ ਹੈਗੇ ਨੇ ਸਿਆਸੀ ਤੌਰ ਤੇ ਉਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵਾਲੇ ਪਾਸੇ ਖੜਦੇ ਹੋਏ ਨਜ਼ਰ ਆਉਂਦੇ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ। ਤਾਂ ਤੁਹਾਨੂੰ ਕੀ ਲੱਗਦਾ ਕਿ ਹਾਈ ਕਮਾਂਡ ਦੇ ਵਿੱਚ ਵੀ 2 ਜੋ ਧੜੇ ਬਣੇ ਹੋਏ ਨੇ ਪੰਜਾਬ ਦੀ ਕਾਂਗਰਸ ਨੂੰ ਲੈ ਕੇ, ਕਿ ਉਹ ਉਸ ਹਾਈ ਕਮਾਂਡ ਦੇ ਵਿੱਚੋਂ ਕੀ ਫੈਸਲਾ ਨਿਕਲ ਕੇ ਆ ਸਕਦਾ ਹਾਈ ਕਮਾਂਡ ਦੀ ਤਰਫੋਂ? ਭੰਗੂ ਸਾਹਿਬ, ਜਿਵੇਂ ਤੁਸੀਂ ਹਾਈ ਕਮਾਂਡ ਦੀ ਗੱਲ ਕੀਤੀ ਹੈ, ਇਸ ਵੇਲੇ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ ਉਹ ਵੀ ਬੁਰੀ ਤਰ੍ਹਾਂ ਬੁਖਲਾ ਚੁੱਕੀ ਹੈ। ਉਹਦਾ ਕਾਰਨ ਇਹ ਹੈ ਕਿ ਤੁਸੀਂ ਜਿਹੜੀਆਂ ਪਿਛਲੀਆਂ 5 ਸਟੇਟਾਂ ਦੀਆਂ ਚੋਣਾਂ ਹੋਈਆਂ ਨੇ, 5 ਸਟੇਟਾਂ ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜੋ ਰਿਜ਼ਲਟ ਸਾਹਮਣੇ ਆਏ ਨੇ ਔਰ ਜਿਸ ਕਿਸਮ ਦੇ ਨਾਲ ਕਾਂਗਰਸ ਉੱਥੇ ਖੁੱਡੇ ਲਾਉਣ ਲੱਗੀ ਹੈ, 5 ਸਟੇਟਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਬੰਗਾਲ ਦੇ ਵਿੱਚ ਉਹਨਾਂ ਨੂੰ ਉਮੀਦ ਸੀ, ਬੰਗਾਲ 'ਚ ਕੋਈ ਉਹਦਾ ਵੱਡੀ ਸੀਟ ਨਹੀਂ ਆਈ, ਕੇਰਲਾ 'ਚ ਉਹਨਾਂ ਦੀ ਹਾਰ ਹੋਈ, ਈਵਨ ਅਸਾਮ ਦੇ ਵਿੱਚ
ਜਿੱਥੇ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਥੋੜ੍ਹੀਆਂ ਬਹੁਤ ਸੀਟਾਂ ਅਸੀਂ ਜਿੱਤਾਂਗੇ, ਉੱਥੇ ਵੀ ਜਿਹੜਾ ਹੈਗਾ ਸੱਤਾ ਵਿੱਚ ਨਹੀਂ ਆ ਸਕੀ। ਸੋ ਕਹਿਣ ਦਾ ਮਤਲਬ ਹੈ ਕਿ ਉਹਦਾ ਕਾਰਨ ਵੱਡਾ ਕੀ ਸੀਗਾ, ਉਹ ਉੱਥੋਂ ਦੀ ਧੜੇਬੰਦੀ ਸੀਗੀ। ਸੋ ਇਹ ਧੜੇਬੰਦੀ ਤੁਸੀਂ ਦੇਖੋਗੇ ਕਿ ਹਾਈ ਕਮਾਂਡ ਦੇ ਵਿੱਚ ਵੀ ਨਜ਼ਰ ਆ ਰਹੀ ਹੈ। ਤੁਸੀਂ ਦੋ ਧੜਿਆਂ ਦੀ ਗੱਲ ਕੀਤੀ ਹੈ, ਇੱਕ ਪਾਸੇ ਸੋਨੀਆ ਗਾਂਧੀ ਜੀ ਦਾ ਧੜਾ ਹੈ, ਇੱਕ ਪਾਸੇ ਰਾਹੁਲ ਔਰ ਪ੍ਰਿੰਕਾ ਜੀ ਦਾ ਧੜਾ ਹੈ। ਇੱਕ ਧੜਾ ਉਹ ਵੀ ਹੈ ਜਿਹੜਾ ਜਿਹਨੂੰ ਉਹ G23 ਕਹਿੰਦੇ ਨੇ, G23 ਦਾ ਮਤਲਬ ਹੈ ਕਿ ਜਿਹਦੇ ਵਿੱਚ ਵੱਡੇ ਜਿਹੜੇ ਟਕਸਾਲੀ ਕਾਂਗਰਸੀ ਆਪਣੇ ਆਪ ਨੂੰ ਸਮਝਦੇ ਨੇ, ਉਹਨਾਂ ਦਾ ਮਤਲਬ ਇਹ ਹੈ ਕਿ ਅਸੀਂ ਜਿਹੜਾ ਹੈਗਾ ਉਹਨਾਂ ਦੇ ਵੱਖਰੇ ਗਰੁੱਪ ਨੇ, ਵੱਖਰਾ ਉਹਨਾਂ ਦੇ ਵਿੱਚ ਵੱਡੇ ਲੀਡਰ ਨੇ, ਕਾਂਗਰਸ ਦੇ ਇਸ ਵੇਲੇ ਨੈਸ਼ਨਲ ਲੈਵਲ ਦੇ ਲੀਡਰ ਸ਼ਾਮਲ ਨੇ। ਸੋ ਇਸ ਧੜੇਬੰਦੀ ਦੇ ਵਿੱਚੋਂ ਪੰਜਾਬ ਦੀ ਕਾਂਗਰਸ ਦੇ ਮਸਲੇ ਹੱਲ ਕਰਨੇ, ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੋਨੀਆ ਜੀ ਦੇ ਨਾਲ, ਕਿਉਂਕਿ ਕੈਪਟਨ ਸਾਹਿਬ ਦੇ ਬਹੁਤ ਨੇੜਲੇ ਸੰਬੰਧ ਰਹੇ ਨੇ ਔਰ ਇਹਨਾਂ ਦੇ ਪਤੀ ਰਾਜੀਵ ਗਾਂਧੀ ਜੀ ਨਾਲ ਬਹੁਤ ਨੇੜਤਾ ਰਹੀ ਹੈ ਕੈਪਟਨ ਸਾਹਿਬ ਦੀ। ਸੋ ਉੱਥੋਂ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਇਹਦੇ ਵਿੱਚ ਸੋਨੀਆ ਜੀ ਦੀ ਚੱਲ ਜਾਏ। ਪਰ ਮੈਨੂੰ ਜੋ ਦਿਖਾਈ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਹੁਲ ਜੀ ਦੀ ਚੱਲੇਗੀ ਔਰ ਪ੍ਰਿੰਕਾ ਜੀ ਦੀ ਚੱਲੇਗੀ। ਔਰ ਰਾਹੁਲ ਜੀ ਦੀ ਔਰ ਪ੍ਰਿੰਕਾ ਜੀ ਦਾ ਮਤਲਬ ਇਹੀ ਹੈ ਕਿ ਕਿਉਂਕਿ ਉਹ ਨਵਜੋਤ ਸਿੱਧੂ ਹੋਰਾਂ ਨੂੰ ਸਪੋਰਟ ਕਰਦੇ ਨੇ, ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਨੇ ਅੱਜ ਤੋਂ 4.5 ਸਾਲ ਪਹਿਲਾਂ ਉਹ ਇਹਨਾਂ ਦੇ ਕਹਿਣ ਤੇ ਹੀ ਐਂਟਰ ਕੀਤੇ ਸੀ, ਕਾਂਗਰਸ ਦੇ ਵਿੱਚ ਆਏ ਸੀਗੇ ਬੀਜੇਪੀ ਛੱਡ ਕੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਉਮੀਦ ਇਹ ਕਰਨੀ ਬਣਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਰਾਹੁਲ ਔਰ ਪ੍ਰਿੰਕਾ ਜੀ ਕਿਉਂਕਿ ਸਿੱਧੂ ਸਾਹਿਬ ਨੂੰ ਚਾਹੁੰਦੇ ਨੇ, ਤਾਂ ਸਿੱਧੂ ਸਾਹਿਬ ਦੀ ਉੱਭਰਨ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ। ਪ੍ਰੋਫੈਸਰ ਸਾਹਿਬ, ਵੈਸੇ ਤਾਂ ਜੋ ਹੋਊਗਾ ਸਿਆਸੀ ਤੌਰ ਤੇ ਕਾਂਗਰਸ ਦੇ ਵਿੱਚ ਸਮੇਂ ਦੀ ਗਰਭ ਦੇ ਵਿੱਚ ਪਿਆ, ਪਰ ਇੱਕ ਤੌਰ ਤੇ ਤੁਸੀਂ ਮੰਨ ਲਓ ਕਿ ਜਿਵੇਂ ਇਹ ਗੱਲਾਂ ਚੱਲਦੀਆਂ ਨੇ ਸਿਆਸੀ ਸੱਥਾਂ ਦੇ ਵਿੱਚ, ਸਿਆਸੀ ਪੰਡਤਾਂ ਦਾ ਕਈਆਂ ਦਾ ਮੰਨਣਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਉਹ ਕੋਈ ਹੋਰ ਚਿਹਰਾ ਲੈ ਕੇ ਆ ਸਕਦੇ ਨੇ ਕਾਂਗਰਸ ਦੇ ਵਿੱਚ ਮੁੱਖ ਤੌਰ ਤੇ, ਤਾਂ ਫਿਰ ਜੋ ਉਹ ਖਾਲੀ ਸਪੇਸ ਹੋਊਗੀ ਕੈਪਟਨ ਅਮਰਿੰਦਰ ਸਿੰਘ ਦੀ, ਕੀ ਫਿਰ ਕਾਂਗਰਸ ਪਾਰਟੀ ਕੋਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਜਿੱਡਾ ਕੱਦ ਹੈ ਸਿਆਸੀ ਤੌਰ ਤੇ, ਉਸ ਸਿਆਸੀ ਖਲਾਅ ਨੂੰ ਭਰਨ ਲਈ, ਖਾਲੀ ਜਗ੍ਹਾ ਨੂੰ ਭਰਨ ਲਈ, ਤਾਂ ਫਿਰ ਕੀ ਕੈਪਟਨ ਅਮਰਿੰਦਰ ਸਿੰਘ ਦਾ ਬਦਲ ਕੋਈ ਹੋਊਗਾ? ਭੰਗੂ ਸਾਹਿਬ ਦੇਖੋ, ਕੈਪਟਨ ਸਾਹਿਬ ਦਾ ਕਿਸੇ ਵੇਲੇ ਜਿਵੇਂ ਤੁਸੀਂ ਕਹਿ ਰਹੇ ਹੋ ਸਿਆਸੀ ਕੱਦ ਸੀਗਾ, ਉਹਨਾਂ ਦਾ ਸਿਆਸੀ ਕੱਦ ਵੱਡਾ ਜਿਹੜਾ ਹੈਗਾ 17 ਤੱਕ ਸੀਗਾ ਔਰ 19 ਤੱਕ ਹੋ ਰਿਹਾ, ਔਰ 19 ਤੋਂ ਬਾਅਦ ਉਹ ਜਿਹੜਾ ਸਿਆਸੀ ਕੱਦ ਹੈ ਉਹ ਹੌਲੀ ਹੌਲੀ ਘਟਦਾ ਬਹੁਤ ਨੇੜੇ ਜਿਹੜਾ ਹੈਗਾ ਉਹ ਹੌਲੀ ਹੌਲੀ ਬਹੁਤ ਘਟਦਾ ਗਿਆ ਔਰ ਲਗਭਗ ਇਸ ਵੇਲੇ ਬਹੁਤ ਉਹ ਛੋਟਾ ਰਹਿ ਗਿਆ। ਸੋ ਉਹਦਾ ਨਤੀਜਾ ਕੀ ਨਿਕਲਿਆ? ਉਹਦਾ ਨਤੀਜਾ ਇਹ ਨਿਕਲ ਗਿਆ ਕਿ ਉਹਨਾਂ ਦੀ ਜਗ੍ਹਾ ਨਵੇਂ ਬੰਦਿਆਂ ਨੇ ਲੈਣੀ ਸ਼ੁਰੂ ਕਰਤੀ। ਖਾਸ ਤੌਰ ਤੇ ਮੈਂ ਇੱਥੇ ਨਾਮ ਲੈਣਾ ਚਾਹਾਂਗਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ। ਇਸ ਵੇਲੇ ਜੇ ਆਪਾਂ ਕਾਂਗਰਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਜਿਹੜੇ ਨੇ ਸਰਵੇ ਵੀ ਆਏ ਔਰ ਉਹਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਚਿਹਰਾ ਹੈ, ਲੋਕ ਪਸੰਦ ਜ਼ਿਆਦਾ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਨੂੰ ਕਰ ਰਹੇ ਨੇ ਬਜਾਏ ਕੈਪਟਨ ਸਾਹਿਬ ਦੇ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਔਰ ਖਾਸ ਤੌਰ ਤੇ ਜਦੋਂ ਬਰਗਾੜੀ ਕਾਂਡ ਔਰ ਸਿੱਟਾਂ ਦੀ ਜਿਹੜਾ ਮਸਲਾ ਜਦੋਂ ਉਲਝਿਆ ਔਰ ਖਾਸ ਤੌਰ ਤੇ ਜਦੋਂ ਤੁਸੀਂ ਦੇਖੋ ਕੋਟਕਪੂਰਾ ਗੋਲੀ ਕਾਂਡ ਦਾ ਜਿਹੜੀ ਸਿੱਟ ਬਣੀ ਸੀਗੀ ਉਹ ਬੇਸਿੱਟਾ ਰਹੀ ਔਰ ਹਾਈ ਕੋਰਟ ਵੱਲੋਂ ਉਹਨੂੰ ਰੱਦ ਕੀਤਾ ਗਿਆ, ਤਾਂ ਉਸ ਤੋਂ ਬਾਅਦ ਤਾਂ ਜਿਹੜਾ ਸੀਗਾ ਬਿਲਕੁਲ ਤਸਵੀਰ ਬਦਲ ਗਈ ਔਰ ਉਸ ਤਸਵੀਰ ਇਸ ਤਰ੍ਹਾਂ ਦੀ ਬਦਲੀ ਗਈ ਕਿ ਇਸ ਵੇਲੇ ਜਿਹੜਾ ਹੈਗਾ ਕੈਪਟਨ ਸਾਹਿਬ ਬੈਕਫੁੱਟ ਤੇ ਚਲੇ ਗਏ ਨੇ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਅੱਗੇ ਇੱਕ ਚਿਹਰੇ ਦੇ ਤੌਰ ਤੇ ਆ ਚੁੱਕੇ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਜੇ ਕਿਉਂਕਿ ਆਪਾਂ ਪਹਿਲਾਂ ਵੀ ਇਸ਼ਾਰਾ ਕੀਤਾ ਹੈ ਕਿ ਜੇ ਰਾਹੁਲ ਜੀ ਔਰ ਪ੍ਰਿੰਕਾ ਜੀ ਦੀ ਜੇ ਚੱਲਦੀ ਹੈ ਪੂਰੀ ਹਾਈ ਕਮਾਂਡ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਅਗਲੇ ਮੁੱਖ ਮੰਤਰੀ ਦਾ ਜਿਹੜਾ ਹੈਗਾ ਚਿਹਰਾ ਬਣ ਸਕਦੇ ਨੇ ਕਾਂਗਰਸ ਦੇ ਵਿੱਚ। ਜੀ ਪ੍ਰੋਫੈਸਰ ਸਾਹਿਬ, ਜਦੋਂ ਕੈਪਟਨ ਅਮਰਿੰਦਰ ਸਿੰਘ ਮਿਲੇ ਸੀ ਕਮੇਟੀ ਨੂੰ ਜਾਂ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਜਦੋਂ ਉਹ ਬਾਹਰ ਆਏ ਸੀ, ਮੀਡੀਆ ਨੂੰ ਸੰਬੋਧਨ ਹੋਏ ਸੀ, ਮੀਡੀਆ ਨਾਲ ਗੱਲਬਾਤ ਕੀਤੀ ਸੀ, ਤਾਂ ਉਹਨਾਂ ਨੇ ਦੋ ਗੱਲਾਂ ਕਹੀਆਂ ਸੀ ਉੱਥੇ ਜੋ ਮੇਨ ਸੀ। ਪਹਿਲੀ ਗੱਲ ਉਹਨਾਂ ਨੇ ਕਹੀ ਕਿ ਵੀ ਅੰਦਰ ਕਮੇਟੀ ਦੇ ਅੱਗੇ ਵਿੱਚ ਜੋ ਗੱਲਬਾਤ ਹੋਈ ਕਿ ਜੋ 2022 ਦੀਆਂ ਚੋਣਾਂ ਨੇ ਪੰਜਾਬ ਦੇ ਵਿੱਚ ਉਹ ਕਿਵੇਂ ਜਿੱਤਣੀਆਂ, ਉਹਨੂੰ ਲੈ ਕੇ ਉੱਥੇ ਗੱਲਬਾਤ ਹੋਈ। ਦੂਜੀ ਉਹਨਾਂ ਨੇ ਗੱਲ ਕਹੀ ਕਿ ਵੀ ਹੋਰ ਮੈਂ ਤੁਹਾਡੇ ਨਾਲ ਕੁਝ ਸ਼ੇਅਰ ਨਹੀਂ ਕਰਨਾ। ਜੀ ਇਹ ਤੁਸੀਂ ਸੁਣਿਆ ਹੋਊਗਾ ਕਿ ਮੀਡੀਆ ਨੂੰ ਉਹਨਾਂ ਨੇ ਕਿ ਹੋਰ ਤੁਹਾਡੇ ਨਾਲ ਮੈਂ ਕੁਝ ਸ਼ੇਅਰ ਨਹੀਂ ਕਰਨਾ, ਯਾਨੀ ਕਿ ਅੰਦਰ ਕੋਈ ਸਖਤ ਗੱਲਾਂ ਹੋਈਆਂ ਨੇ ਜੋ ਕੈਪਟਨ ਅਮਰਿੰਦਰ ਸਿੰਘ ਬਾਹਰ ਨਹੀਂ ਕੱਢਣਾ ਚਾਹੁੰਦੇ। ਕਿਉਂਕਿ ਦੇਖੋ ਜੋ ਉੱਥੇ ਕਮੇਟੀ ਦੀ ਮੀਟਿੰਗ ਸੀ, ਮੀਟਿੰਗ ਕੋਈ ਇਹ ਨਹੀਂ ਸੀ ਕਿ ਚੋਣਾਂ ਕਿਵੇਂ ਜਿੱਤਣੀਆਂ, ਮੀਟਿੰਗ ਇਹ ਸੀ ਕਿ ਜੋ ਖਾਨਾ ਜੰਗੀ ਚੱਲਦੀ ਹੈ ਉਹਦੇ ਸੰਬੰਧ ਦੇ ਵਿੱਚ ਮੀਟਿੰਗ ਸੀ, ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਖਤਰੇ ਦੇ ਮੰਡਲ ਹੈਗੇ ਨੇ। ਬਿਲਕੁਲ ਤੁਸੀਂ ਦੇਖੋਗੇ ਕਿ ਜੋ ਉਹਨਾਂ ਦੇ ਬਿਆਨ ਆ ਰਹੇ ਨੇ, ਇਸ ਤੋਂ ਇਲਾਵਾ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ
ਚਾਹੁੰਦੇ ਹੋ, ਤਾਂ ਉਹਨਾਂ ਨੇ ਇਹ ਤਵੱਕੋ ਕੀਤੀ ਕਿ ਮੈਂ ਕਮੇਟੀ ਵੱਲ ਦੇਖਦਾ ਰਿਹਾ ਔਰ ਕਮੇਟੀ ਮੇਰੇ ਵੱਲ ਦੇਖਦੀ ਰਹੀ, ਪਰ ਨਿਕਲਿਆ ਕੁਝ ਨਹੀਂ। ਇਹਦਾ ਮਤਲਬ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੈਕਫੁੱਟ ਤੇ ਚਲੇ ਗਏ ਨੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਵਿਰੁੱਧ ਜਿਹੜਾ ਹੈਗਾ ਬਹੁਤ ਸਾਰੇ, ਚਾਹੇ ਵਿਧਾਇਕ ਹੋਣ, ਚਾਹੇ ਮਿਨਿਸਟਰ ਹੋਣ, ਚਾਹੇ ਉਹਨਾਂ ਦੇ ਇੱਥੋਂ ਤੱਕ ਕਿ ਉਹਨਾਂ ਦੇ ਜਿਹੜੀ ਆਪਣੀ ਕੋਟਰੀ ਦੇ ਬੰਦੇ, ਆਪਣੀ ਕੋਟਰੀ ਦੇ ਜਿਹੜੇ ਵੱਡੇ ਜਿਹੜੇ ਲੀਡਰ ਨੇ, ਉਹ ਵੀ ਕਈ ਵਾਰੀ ਇਹ ਸੁਣਨ ਨੂੰ ਚਾਹੁੰਦਾ ਕਿ ਉਹਨਾਂ ਦੇ ਵਿਰੋਧ ਦੇ ਵਿੱਚ ਭੁਗਤੇ ਨੇ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਲਾਫ ਜਿਹੜਾ ਹੈਗਾ ਵੱਡੀ ਬਗਾਵਤ ਪੰਜਾਬ ਦੇ ਵਿੱਚ ਹੋ ਸਕਦੀ ਹੈ, ਪੰਜਾਬ ਦੀ ਕਾਂਗਰਸ ਦੇ ਵਿੱਚ ਹੋ ਸਕਦੀ ਹੈ। ਹੁਣ ਉਹ ਚਾਹੇ ਕੁਝ ਵੀ ਕੋਸ਼ਿਸ਼ ਕਰਨ ਇਹਨੂੰ, ਇਹਦੇ ਉੱਤੇ ਮਿੱਟੀ ਪਾਉਣ ਦੀ, ਇਹਨੂੰ ਸੁਲਝਾਉਣ ਦੀ, ਪਰ ਜੋ ਹਾਲਾਤ ਇਸ ਵੇਲੇ ਪੈਦਾ ਹੋ ਚੁੱਕੇ ਨੇ ਉਹਦੇ ਵਿੱਚ ਕੈਪਟਨ ਸਾਹਿਬ ਦੀ ਕੋਈ ਚੱਲਦੀ ਨਜ਼ਰ ਨਹੀਂ ਆ ਰਹੀ। ਔਰ ਇਹਦੇ ਵਿੱਚ ਰਾਹੁਲ ਔਰ ਪ੍ਰਿੰਕਾ ਜੀ ਜੋ ਫੈਸਲਾ ਲੈਣਗੇ ਉਹ ਉਹਨਾਂ ਨੂੰ ਮੰਨਣਾ ਪਏਗਾ। ਔਰ ਮੈਨੂੰ ਨਹੀਂ ਲੱਗਦਾ ਕਿ ਰਾਹੁਲ ਔਰ ਪ੍ਰਿੰਕਾ ਜੀ ਕੈਪਟਨ ਸਾਹਿਬ ਦੇ ਹੱਕ 'ਚ ਕੋਈ ਫੈਸਲਾ ਲੈ ਲੈਣਗੇ। ਹੁਣ ਜਿਹੜੇ ਨਵੇਂ ਫੈਸਲੇ ਆਉਣਗੇ ਉਹ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੇ ਵਿਰੋਧ ਦੇ ਵਿੱਚ ਹੀ ਆਉਣਗੇ। ਔਰ ਜਿਹੜਾ ਜਿਸ ਕਿਸਮ ਦਾ ਅੱਜ ਤੋਂ 2 ਮਹੀਨੇ ਪਹਿਲਾਂ ਜਿਹੜਾ ਹੰਕਾਰ ਕੈਪਟਨ ਸਾਹਿਬ ਦਾ ਦਿਖਦਾ ਸੀਗਾ, ਤੁਹਾਨੂੰ ਵੀ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਆਓ ਮੇਰੇ ਨਵਜੋਤ ਸਿੰਘ ਸਿੱਧੂ ਜੀ ਮੇਰੇ ਨਾਲ ਪਟਿਆਲੇ 'ਚ ਚੋਣ ਲੜੋ, ਮੈਂ ਤੁਹਾਨੂੰ ਜਿਹੜਾ ਹੈਗਾ ਤੁਹਾਡੀ ਜ਼ਮਾਨਤ ਜ਼ਬਤ ਕਰ ਦੂੰਗਾ, ਇਹ ਕਰ ਦਾਂਗਾ, ਉਹ ਕਰ ਦਾਂਗਾ, ਤੁਹਾਨੂੰ ਵੀ ਯਾਦ ਹੈ। ਔਰ ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਸੀਗਾ ਕਿ ਅਸੀਂ ਤਾਂ ਇਹਨੂੰ ਕੱਢਣਾ ਚਾਹੁੰਦੇ ਹਾਂ ਕਾਂਗਰਸ ਦੇ ਵਿੱਚੋਂ। ਇੱਥੋਂ ਤੱਕ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਸਿੱਧੂ ਨੂੰ ਅਸੀਂ ਤਾਂ ਕੱਢਣਾ ਚਾਹੁੰਦੇ, ਇਹਨੂੰ ਅਸੀਂ ਕਾਂਗਰਸ ਦੇ ਵਿੱਚ ਰੱਖਣਾ ਹੀ ਨਹੀਂ ਚਾਹੁੰਦੇ। ਸੋ ਮੇਰਾ ਕਹਿਣ ਦਾ ਮਤਲਬ ਹੈ ਉਹ ਹੰਕਾਰ ਜਿਹੜਾ ਸੀਗਾ ਉਸ ਵੇਲੇ ਬੋਲ ਰਿਹਾ, ਉਹ ਹੁਣ ਬੈਕਫੁੱਟ ਤੇ ਚਲਿਆ ਗਿਆ। ਔਰ ਹੁਣ ਜਿਹੜਾ ਹੈਗਾ ਬਾਲ ਰਾਹੁਲ ਜੀ ਔਰ ਪ੍ਰਿੰਕਾ ਜੀ ਦੇ ਕੋਰਟ 'ਚ ਚਲੀ ਗਈ ਹੈ। ਉੱਥੋਂ ਜੋ ਫੈਸਲਾ ਆਏਗਾ, ਔਰ ਉਹ ਫੈਸਲਾ ਇਹੀ ਆਏਗਾ ਕਿ ਕੈਪਟਨ ਸਾਹਿਬ ਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਉਸ ਹੰਕਾਰ 'ਚੋਂ ਨਿਕਲਣਾ ਪਏਗਾ। ਔਰ ਉਹ ਹੰਕਾਰ ਜਿਹੜਾ ਹੈਗਾ, ਜਿਵੇਂ ਆਪਾਂ ਕਹਿੰਦੇ ਹੰਕਾਰਿਆ ਸੋ ਮਾਰਿਆ, ਸੋ ਇਸ ਕਰਕੇ ਹੰਕਾਰ ਦੀ ਹਮੇਸ਼ਾ ਹਾਰ ਹੁੰਦੀ ਹੈ। ਸੋ ਹੰਕਾਰ ਹੀ ਜਿਹੜਾ ਹੈਗਾ ਉਹ ਹੌਲੀ ਹੌਲੀ ਹਾਰੇਗਾ। ਔਰ ਇਹਦੇ ਵਿੱਚੋਂ ਸੱਚ ਜਿਹੜਾ ਹੈਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਲ ਵਡੱਪਣ ਹੈ, ਉਹਨਾਂ ਦਾ ਇਹ ਵੱਡੀ ਪੋਲਿਟਿਕਸ ਦਾ ਜਿਹੜਾ ਕਾਰਨ, ਜਿਹੜਾ ਲੋਕਾਂ ਦੇ ਵਿੱਚ ਪਛਾਣ ਬਣੀ ਹੈ ਔਰ ਲੋਕਾਂ ਦੇ ਵਿੱਚ ਜੋ ਉਹਨਾਂ ਨੂੰ ਜਾਣਿਆ ਜਾਂਦਾ ਹੈ, ਉਹ ਸੱਚ ਕਰਕੇ ਜਾਣਿਆ ਜਾਂਦਾ ਹੈ। ਚਾਹੇ ਉਹ ਬੀਜੇਪੀ ਵੇਲੇ ਹੋਵੇ, ਚਾਹੇ ਉਹ ਕਾਂਗਰਸ ਦੇ ਵਿੱਚ ਜਦੋਂ ਸ਼ਾਮਲ ਹੋਏ ਨੇ ਉਦੋਂ ਹੋਵੇ, ਉਹਨਾਂ ਨੇ ਹਮੇਸ਼ਾ ਸੱਚ ਦੀ ਆਵਾਜ਼ ਉਠਾਈ ਹੈ। ਹਮੇਸ਼ਾ ਉਹੀ ਮੁੱਦੇ ਉਠਾਉਂਦੇ ਰਹੇ ਨੇ ਜੋ ਪੰਜਾਬੀਅਤ ਨਾਲ ਸੰਬੰਧ ਰੱਖਦੇ ਨੇ। ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ, ਚਾਹੇ ਉਹ ਬਰਗਾੜੀ ਕਾਂਡ ਦਾ ਮੁੱਦਾ ਹੋਵੇ, ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਵੇ, ਜਾਂ ਹੋਰ ਜਿਹੜੇ ਜਿੱਡੇ ਵੱਡੇ ਇਸ ਵੇਲੇ ਜਿਹੜੇ ਪੰਜਾਬ ਵੱਡੇ ਸੰਕਟਾਂ 'ਚ ਜਿਹੜਾ ਹੈਗਾ ਭੁਗਤ ਰਿਹਾ। ਔਰ ਉਹ ਸਾਰੇ ਮੁੱਦੇ ਜਿਹੜੇ ਵੇਲੇ ਤੇ ਨਵਜੋਤ ਸਿੰਘ ਸਿੱਧੂ ਜੀ ਉਹਨਾਂ ਨੂੰ ਉਠਾਉਂਦੇ ਰਹੇ ਨੇ ਔਰ ਕੈਪਟਨ ਸਾਹਿਬ ਦੇ ਵੱਡੇ ਸਵਾਲ ਚੁੱਕਦੇ ਰਹੇ ਨੇ। ਸੋ ਉਹ ਸੱਚ ਦੀ ਉਹਨਾਂ ਨੂੰ ਸਜ਼ਾ ਵੀ ਮਿਲੀ, ਆਪਾਂ ਨੂੰ ਵੀ ਪਤਾ ਹੈ। ਸੱਚ ਬੋਲਣ ਦੀ ਸਜ਼ਾ ਉਹਨਾਂ ਨੂੰ ਆਪਣੀ ਕੈਬਨਿਟ ਮੰਤਰੀਸ਼ਿਪ ਜਿਹੜੀ ਹੈਗੀ ਹੈ ਉਹ ਛੱਡਣੀ ਪਈ। ਇਸ ਤੋਂ ਵੀ ਇਲਾਵਾ ਜੇ ਆਪਾਂ ਕਹੀਏ ਉਹਨਾਂ ਦੀ ਵੱਡੀ ਦੇਣ, ਜੇ ਆਪਾਂ ਕਹਿੰਦੇ ਹਾਂ ਕਿ ਕੀ ਦੇਣ ਹੈ, ਮੈਂ ਤਾਂ ਕਹਾਂਗਾ ਕਿ ਕੋਈ ਬਹੁਤ ਵੱਡੀ ਦੇਣ ਹੈ ਕਿ ਉਹਨਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈ ਉਹ ਆਪਣੀ ਮਿੱਤਰਤਾ ਦੇ ਕਾਰਨ ਉਹ ਖੁਲਵਾਇਆ। ਔਰ ਪਿਛਲੇ ਲਗਭਗ 70-75 ਸਾਲਾਂ ਦੀ ਜੋ ਪੰਜਾਬੀਆਂ ਦੀ ਇੱਕ ਇੱਛਾ ਸੀਗੀ, ਸਿੱਖਾਂ ਦੀ ਇੱਕ ਇੱਛਾ ਸੀਗੀ ਕਿ ਸਾਡਾ ਉਹ ਰਸਤਾ ਖੁੱਲ੍ਹਣਾ ਚਾਹੀਦਾ, ਅਸੀਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਅਸੀਂ ਕਰ ਸਕੀਏ, ਤਾਂ ਉਹ ਰਸਤਾ ਖੁਲਵਾਉਣਾ ਉਹ ਵੀ ਆਪਣੇ ਆਪ 'ਚ ਬਹੁਤ ਵੱਡੀ ਉਹਨਾਂ ਦੀ ਦੇਣ ਆਪਾਂ ਕਹਿ ਸਕਦੇ ਹਾਂ। ਬੇਸ਼ੱਕ ਕੈਪਟਨ ਸਾਹਿਬ ਨੇ ਉਸ ਦੇਣ ਨੂੰ ਬਹੁਤ ਘੱਟ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੂੰ ਸਾਰਾ ਪਤਾ ਹੈ, ਲੋਕ ਸਾਰੇ ਜਾਣਦੇ ਨੇ, ਦਰਸ਼ਕ ਸਾਰੇ ਜਾਣਦੇ ਨੇ, ਅਸੀਂ ਸਾਰੇ ਜਾਣਦੇ ਹਾਂ ਕਿ ਇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਅਸੀਂ ਕਹਿ ਸਕਦੇ ਹਾਂ ਕਿ ਹੈ ਉਹਨਾਂ ਦੀ। ਬਿਲਕੁਲ ਜੀ ਪ੍ਰੋਫੈਸਰ ਸਾਹਿਬ, ਜੋ ਕਾਂਗਰਸ ਪਾਰਟੀ ਦਾ ਪੰਜਾਬ ਦੀ ਜਨਤਾ ਦੇ ਵਿੱਚ ਜੋ ਪੋਲੀਟੀਕਲ ਸਟੇਟਸ ਹੈ, ਅੱਜ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਦੇ ਵਿੱਚ ਕਿੱਥੇ ਖੜੇ ਨੇ? ਕਿਉਂਕਿ ਜਦੋਂ ਇਲੈਕਸ਼ਨ ਸੀ 2017 ਦੀ, ਵਾਅਦੇ ਬੜੇ ਵੱਡੇ ਕੀਤੇ ਗਏ ਸੀ ਜੀ। ਪੰਗੂ ਸਾਹਿਬ ਦੇਖੋ, ਜਿੱਥੋਂ ਤੱਕ ਕੈਪਟਨ ਸਾਹਿਬ ਦਾ ਸੰਬੰਧ ਹੈ, ਕੈਪਟਨ ਸਾਹਿਬ ਨੂੰ ਲੋਕ ਇਸ ਵੇਲੇ ਨਹੀਂ ਪਸੰਦ ਕਰ ਰਹੇ। ਉਹਦਾ ਵੱਡਾ ਕਾਰਨ ਇਹ ਹੈ ਕਿ ਤੁਹਾਨੂੰ ਵੀ ਯਾਦ ਹੋਏਗਾ ਕਿ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ 17 ਦੇ ਵਿੱਚ ਕਿ ਮੇਰੀ ਆਖਰੀ ਇਹ ਲੜਾਈ ਹੈ ਔਰ ਮੈਂ ਆਖਰੀ ਟਰਮ ਹੈ ਔਰ ਮੈਨੂੰ ਤੁਸੀਂ ਇੱਕ ਵਾਰੀ ਜਿਤਾ ਦਿਓ, ਮੁੜ ਕੇ ਮੈਂ ਅਗਲੀ ਵਾਰੀ ਚੋਣਾਂ ਨਹੀਂ ਲੜਾਂਗਾ। ਔਰ ਆਪਾਂ ਨੂੰ ਵੀ ਪਤਾ ਹੈ ਕਿ ਉਹ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਟਰਾਈ ਕਰ ਰਹੇ ਨੇ ਕਿ ਮੈਨੂੰ ਅਗਲਾ ਫੇਰ ਦੁਬਾਰਾ ਹੈਗਾ ਟਰਮ ਦਿੱਤੀ ਜਾਏ, ਮੈਨੂੰ ਫੇਰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ। ਪਰ ਲੋਕ ਪੰਜਾਬ ਦੇ ਇਸ ਵੇਲੇ ਇਹ ਸਮਝ ਚੁੱਕੇ ਨੇ ਕਿ ਜਿੰਨੇ ਵੀ ਉਹਨਾਂ ਨੇ ਵਾਅਦੇ ਕੀਤੇ ਸੀ, ਵੱਡੇ ਵੱਡੇ ਵਾਅਦੇ, ਘਰ ਨੌਕਰੀ ਦਾ ਵਾਅਦਾ, ਮੈਨੂੰ ਨਹੀਂ ਲੱਗਦਾ ਕਿ ਉਹ ਵਾਅਦਾ ਪੂਰਾ ਹੋਇਆ। ਔਰ ਖਾਸ ਤੌਰ ਤੇ ਨਸ਼ਿਆਂ ਦੇ ਲੱਕ ਤੋੜਨ ਦਾ ਵਾਅਦਾ,
ਔਰ ਸ਼੍ਰੀ ਗੁਟਕਾ ਸਾਹਿਬ ਨੂੰ ਹੱਥ 'ਚ ਵੜ ਕੇ ਜਿਹੜਾ ਸੀਗਾ ਇੱਕ ਵੱਡੀ ਸਹੁੰ ਉਹਨਾਂ ਨੇ ਖਾਧੀ ਸੀਗੀ ਔਰ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕੀਤੀ ਸੀ। ਉਹ ਕਿੱਥੇ ਅੱਜ ਲੱਕ ਟੁੱਟਿਆ ਹੈ। ਉਸੇ ਤਰ੍ਹਾਂ ਸਾਡੇ ਨੌਜਵਾਨ ਜਿਹੜੇ ਨੇ ਨਸ਼ੇ ਜਿਹੜਾ ਹੈਗਾ ਵਿਕ ਰਿਹਾ ਪੰਜਾਬ ਦੇ ਵਿੱਚ, ਸਾਡੇ ਨੌਜਵਾਨ ਖਤਮ ਹੋ ਰਹੇ ਨੇ ਨਸ਼ੇ ਦੇ ਨਾਲ। ਸੋ ਕਿਸਾਨਾਂ ਨੂੰ ਕਰਜ਼ਾ ਮਾਫੀ ਦਾ ਜਿਹੜਾ ਗੱਲ ਬਾਰੇ ਉਹਨਾਂ ਨੇ ਕਿਹਾ ਸੀਗਾ, ਗੱਲ ਕੀਤੀ ਸੀਗੀ। ਇਸ ਤਰ੍ਹਾਂ ਬੁਢਾਪਾ ਪੈਨਸ਼ਨ ਦੀ ਗੱਲ ਕਰ ਲਓ, ਯਾਨੀ ਕਿ ਉਹ ਆਪਣੇ ਜਿਹੜੇ ਜਾਲ ਦੇ ਵਿੱਚ ਆਪ ਹੀ ਫਸਦੇ ਨਜ਼ਰ ਆਏ ਨੇ ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਇਸ ਵੇਲੇ ਪੰਜਾਬ ਦੀ ਕਾਂਗਰਸ ਜਿਹੜੀ ਹੈਗੀ ਆ ਲੋਕਾਂ ਦੇ ਮਨਾਂ 'ਚੋਂ ਨਿਕਲ ਚੁੱਕੀ ਹੈ ਔਰ ਇਸ ਕਰਕੇ ਇਹੀ ਨਤੀਜਾ ਹੈ ਕਿ ਇਸ ਵੇਲੇ ਲੋਕ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਵਰਗਾ ਬੰਦਾ ਪੰਜਾਬ ਦੀ ਵਾਗਡੋਰ ਸੰਭਾਲੇ ਔਰ ਮਤਲਬ ਕਹਿਣ ਤੋਂ ਭਾਵ ਹੈ ਕਿ ਕਾਂਗਰਸ ਦੇ ਵਿੱਚ ਪ੍ਰਧਾਨਗੀ ਜਿਹੜੀ ਹੈਗੀ ਆ ਉਹਨਾਂ ਨੂੰ ਦਿੱਤੀ ਜਾਵੇ ਔਰ ਕਾਂਗਰਸ ਦੀ ਵੀ ਵਾਗਡੋਰ ਜਿਹੜੀ ਹੈਗੀ ਆ ਉਹ ਨਵਜੋਤ ਸਿੰਘ ਸਿੱਧੂ ਵਰਗਾ ਜਿਹੜਾ ਹੈਗਾ ਲੀਡਰ ਆਉਣਾ ਚਾਹੀਦਾ। ਔਰ ਜਿੰਨੀ ਦੇਰ ਕੈਪਟਨ ਸਾਹਿਬ ਦੇ ਕੋਲ ਵਾਗਡੋਰ ਰਹੇਗੀ ਉਨੀ ਦੇਰ ਗ੍ਰਾਫ ਜਿਹੜਾ ਹੈਗਾ ਕਾਂਗਰਸ ਦਾ ਹੋਰ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਗਿਰਦਾ ਨਜ਼ਰ ਆਏਗਾ। ਔਰ ਜੇਕਰ ਇਹ ਚੇਂਜ ਨਹੀਂ ਹੁੰਦੀ, ਜੇਕਰ ਬਦਲਾਅ ਨਹੀਂ ਹੁੰਦਾ, ਜੇਕਰ ਹਾਈ ਕਮਾਂਡ ਬਦਲਾਅ ਨਹੀਂ ਕਰਦੀ ਤਾਂ ਲਾਜ਼ਮੀ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਾਂਗਰਸ ਨੂੰ 22 ਦੀਆਂ ਚੋਣਾਂ ਦੇ ਵਿੱਚ ਖਾਸ ਤੌਰ ਤੇ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਜੀ ਪ੍ਰੋਫੈਸਰ ਸਾਹਿਬ, ਮੇਰਾ ਇੱਕ ਆਖਰੀ ਸਵਾਲ ਜੀ। ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਆਪਣੇ ਦੋ ਸਾਥੀਆਂ ਨਾਲ ਕਾਂਗਰਸ ਪਾਰਟੀ ਜੁਆਇਨ ਕਰ ਗਏ, ਤਾਂ ਕਾਂਗਰਸ ਪਾਰਟੀ 'ਚ ਕੀ ਪ੍ਰਭਾਵ ਰਹੂਗਾ ਸੁਖਪਾਲ ਸਿੰਘ ਖਹਿਰਾ ਦਾ? ਕਿਹਨੂੰ ਨਫਾ ਹੋਣਾ, ਕਿਹਨੂੰ ਨੁਕਸਾਨ ਹੋਣਾ ਇਸ ਸੁਖਪਾਲ ਸਿੰਘ ਖਹਿਰੇ ਦੇ ਨਵੇਂ ਸਟੈਪ ਦੇ ਨਾਲ? ਦੇਖੋ, ਇਹਦੇ ਨਾਲ ਇੱਕ ਤਾਂ ਪਹਿਲੀ ਗੱਲ ਤਾਂ ਕਿ ਸੁਖਪਾਲ ਸਿੰਘ ਖਹਿਰੇ ਦਾ ਕੈਰੀਅਰ ਜਿਹੜਾ ਹੈਗਾ ਸਿਆਸੀ ਕੈਰੀਅਰ ਲਗਭਗ ਇਸ ਵੇਲੇ ਬਿਲਕੁਲ ਤਬਾਹੀ ਦੇ ਕੰਢੇ ਤੇ ਹੈ। ਦੂਜਾ ਇਹ ਹੈ ਕਿ ਕਾਂਗਰਸ ਦੇ ਵਿੱਚ ਜਿਹੜੀ ਖਾਨਾ ਜੰਗੀ ਚੱਲ ਰਹੀ ਹੈ ਉਹ ਹੋਰ ਜ਼ਿਆਦਾ ਵਧਣ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਜੇ ਇੱਕ ਆਇਆ ਤਾਂ 30 ਜਿਹੜੇ ਨੇ ਨਾਰਾਜ਼ ਹੋ ਗਏ, ਤਾਂ 30 ਬੰਦੇ ਘੱਟੋ ਘੱਟ ਜਿਹੜੇ 30 ਵੱਡੇ ਲੀਡਰ ਨੇ ਤੁਹਾਡੇ, ਜਦੋਂ ਤੁਹਾਨੂੰ ਖਾਨਾ ਜੰਗੀ ਹੋਰ ਵਧੂਗੀ, ਕਿਉਂਕਿ ਜਦੋਂ ਤੁਸੀਂ ਇਹਨਾਂ ਨੂੰ ਲੈ ਕੇ ਆਓਗੇ ਤਾਂ ਲਾਜ਼ਮੀ ਤੌਰ ਤੇ ਕੁਛ ਨਾ ਕੁਛ ਇਹਨਾਂ ਨਾਲ ਸਮਝੌਤਾ ਵੀ ਕੀਤਾ ਹੋਣਾ ਕਿ ਤੁਹਾਨੂੰ ਅਸੀਂ ਇੱਦਾਂ ਕਰਾਂਗੇ, ਮੂੰਹ 'ਚ ਕੋਈ ਬੁਰਕੀ ਤਾਂ ਜ਼ਰੂਰ ਪਾਉਣ ਦੀ ਗੱਲ ਕੀਤੀ ਹੋਏਗੀ। ਪਰ ਜੇ ਇਹ ਗੱਲਾਂ ਹੋਣਗੀਆਂ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਖਾਨਾ ਜੰਗੀ, ਕਿਉਂਕਿ ਪਹਿਲਾਂ ਹੀ ਕੈਪਟਨ ਸਾਹਿਬ ਦੀ ਬੇੜੀ ਡੁੱਬ ਰਹੀ ਹੈ ਔਰ ਉਸ ਬੇੜੀ 'ਚ ਉਹ ਬਹਿ ਗਏ, ਨਾਲੇ ਤਾਂ ਆਪ ਵੀ ਡੁੱਬਣਗੇ, ਨਾਲੇ ਕੈਪਟਨ ਸਾਹਿਬ ਨੂੰ ਵੀ ਡੁੱਬਣਗੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਦੋਨੋਂ ਧਿਰਾਂ ਦਾ ਨੁਕਸਾਨ, ਕੈਪਟਨ ਸਾਹਿਬ ਦਾ ਵੀ ਨੁਕਸਾਨ ਹੋਇਆ ਔਰ ਖਹਿਰੇ ਸਾਹਿਬ ਦਾ ਤਾਂ ਹੋਣਾ ਹੀ ਹੋਣਾ ਹੈ। ਜੀ ਸੋ ਸ਼ੁਕਰੀਆ ਪ੍ਰੋਫੈਸਰ ਸਾਹਿਬ, ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਬੜੀ ਅਹਿਮ ਜਾਣਕਾਰੀ ਸਾਂਝੀ ਕੀਤੀ। ਤੁਹਾਡਾ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਦਰਸ਼ਕੋ, ਇਹ ਸਨ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਭੀਮਿੰਦਰ ਜੀ, ਜਿਨ੍ਹਾਂ ਨੇ ਬੜੇ ਬੇਬਾਕ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਜੋ ਅੰਦਰੂਨੀ ਹਾਲਾਤ ਬਣੇ ਹੋਏ ਨੇ, ਅੰਦਰੂਨੀ ਹਾਲਾਤ ਗੁੰਝਲਦਾਰ ਬਣੇ ਹੋਏ ਨੇ, ਜੋ ਗੇਂਦ ਹੈ ਕਾਂਗਰਸ ਪਾਰਟੀ ਦੀ ਉਹ ਕਾਂਗਰਸ ਹਾਈ ਕਮਾਂਡ ਦੇ ਹੱਥ ਦੇ ਵਿੱਚ ਹੈ। ਸਾਰੇ ਦੇ ਟਿਕ ਲਗਾ ਕੇ ਦੇਖਦੇ ਨੇ ਕਿ ਉੱਥੋਂ ਫੈਸਲਾ ਕੀ ਆਊਗਾ, ਸਭ ਦੀ ਨਿਗਾਹਾਂ ਇੱਥੇ ਟਿਕੇ ਹੋਈ ਹੈ। ਇਸ ਮਾਮਲੇ ਦੇ ਵਿੱਚ ਜੋ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਖਬਰਾਂ TV ਤੇ। ਜੀ ਧੰਨਵਾਦ।